ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਚਰਚਾ ਵਿੱਚ ਆਪਾਂ ਕੁਝ ਇਹੋ ਜਿਹਾ ਦੇਖਣ ਜਾ ਰਹੇ ਹਾਂ ਜੋ ਸ਼ਾਇਦ ਤੁਹਾਡੇ ਬਚਪਨ ਦੀਆਂ ਪਿਆਰੀਆਂ ਯਾਦਾਂ ਨੂੰ ਥੋੜਾ ਜਿਹਾ ਹਿਲਾ ਕੇ ਰੱਖ ਦੇਵੇ। ਅਸੀਂ ਦੁਨੀਆ ਭਰ ਵਿੱਚ ਪਸੰਦ ਕੀਤੀਆਂ ਜਾਣ ਵਾਲੀਆਂ 5 ਮਸ਼ਹੂਰ ਐਨੀਮੇਟਡ ਕਹਾਣੀਆਂ ਦੇ ਅਸਲੀ, ਇਤਿਹਾਸਿਕ ਅਤੇ ਮਨੋਵਿਗਿਆਨਿਕ ਪੱਖੋਂ ਗੁੰਝਲਦਾਰ ਸਰੋਤਾਂ ਬਾਰੇ ਜਾਣਾਂਗੇ। ਇਹ ਕਹਾਣੀਆਂ ਜਿੰਨੀਆਂ ਮਾਸੂਮ ਅਤੇ ਪਿਆਰੀਆਂ ਪਰਦੇ ਤੇ ਲੱਗਦੀਆਂ ਹਨ ਨਾ, ਅਸਲ ਵਿੱਚ ਇਹਨਾਂ ਦਾ ਇਤਿਹਾਸ ਓਨਾ ਹੀ ਗੂੜਾ ਅਤੇ ਕਹਿ ਲਓ ਕਿ ਕਾਲਾ ਹੈ। ਤਾਂ ਫਿਰ ਆਓ ਦੇਖਦੇ ਹਾਂ ਕਿ ਇਹਨਾਂ ਦੇ ਪਿੱਛੇ ਦਾ ਅਸਲੀ ਸੱਚ ਆਖਿਰ ਹੈ ਕੀ। ਅਰਬਾਂ ਲੋਕ ਇਹਨਾਂ ਸਾਫ਼-ਸੁਥਰੀਆਂ ਅਤੇ ਜਾਦੂਈ ਕਹਾਣੀਆਂ ਨੂੰ ਪਿਆਰ ਕਰਦੇ ਹਨ, ਜੋ ਅਕਸਰ ਬੱਚਿਆਂ ਦਾ ਮਨੋਰੰਜਨ ਕਰਨ ਲਈ ਬਣਾਈਆਂ ਜਾਂਦੀਆਂ ਹਨ। ਪਰ ਜ਼ਰਾ ਸੋਚੋ, ਕੀ ਹੁੰਦਾ ਹੈ ਜਦੋਂ ਇਹਨਾਂ ਪਰੀ ਕਹਾਣੀਆਂ ਦਾ ਉਹ ਜਾਦੂਈ ਪਰਦਾ ਹਟ ਜਾਂਦਾ ਹੈ? ਅਸਲ ਕਹਾਣੀਆਂ, ਜਿਨ੍ਹਾਂ ਤੋਂ ਇਹ ਪ੍ਰੇਰਿਤ ਹਨ, ਅਕਸਰ ਬਹੁਤ ਹੀ ਡਰਾਉਣੀਆਂ ਅਤੇ ਦੁਖਦਾਈ ਹੁੰਦੀਆਂ ਹਨ। ਇੱਥੇ ਸਾਡੀ ਉਮੀਦ ਅਤੇ ਅਸਲੀਅਤ ਵਿਚਕਾਰ ਇੱਕ ਬਹੁਤ ਹੀ ਵੱਡਾ ਫਰਕ ਦੇਖਣ ਨੂੰ ਮਿਲਦਾ ਹੈ। ਚਲੋ ਸ਼ੁਰੂਆਤ ਕਰਦੇ ਹਾਂ 1937 ਦੀ ਸਭ ਤੋਂ ਪਹਿਲੀ ਐਨੀਮੇਟਡ ਰਾਜਕੁਮਾਰੀ ਯਾਨੀ ਸਨੋ ਵਾਈਟ ਤੋਂ। ਆਪਾਂ ਸਾਰੇ ਇਸ ਕਹਾਣੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਠੀਕ ਹੈ ਨਾ? ਇਹ ਕਹਾਣੀ ਇੱਕ ਈਰਖਾਲੂ ਮੁਤਰਈ ਮਾਂ, ਇੱਕ ਜ਼ਹਿਰੀਲੇ ਸੇਬ ਅਤੇ ਇੱਕ ਰਾਜਕੁਮਾਰ ਦੇ ਸੱਚੇ ਪਿਆਰ ਵਾਲੇ ਚੁੰਮਣ ਦੀ ਹੈ, ਜੋ ਰਾਜਕੁਮਾਰੀ ਨੂੰ ਦੁਬਾਰਾ ਜ਼ਿੰਦਾ ਕਰ ਦਿੰਦਾ ਹੈ। ਸੁਣਨ ਵਿੱਚ ਕਿੰਨੀ ਪਿਆਰੀ ਅਤੇ ਰੋਮਾਂਟਿਕ ਕਹਾਣੀ ਲੱਗਦੀ ਹੈ, ਪਰ ਅਸਲੀਅਤ ਕੁਝ ਹੋਰ ਹੀ ਸੀ। ਅੱਛਾ, ਆਓ ਹੁਣ ਇਸ ਦੇ ਅਸਲੀ ਸੱਚ ਵੱਲ ਛਾਤ ਮਾਰੀਏ। 1812 ਵਿੱਚ ਬ੍ਰਦਰਜ਼ ਗ੍ਰਿਮ ਦੁਆਰਾ ਲਿਖੀ ਗਈ ਅਸਲ ਕਹਾਣੀ ਵਿੱਚ ਕੋਈ ਜਾਦੂਈ ਚੁੰਮਣ ਹੈ ਹੀ ਨਹੀਂ ਸੀ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ। ਅਸਲ ਵਿੱਚ ਜਦੋਂ ਰਾਜਕੁਮਾਰ ਸਨੋ ਵਾਈਟ ਦੇ ਤਾਬੂਤ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਉਹ ਜੰਗਲ ਵਿੱਚ ਇੱਕ ਟਾਹਣੀ ਨਾਲ ਟਕਰਾ ਕੇ ਬੁਰੀ ਤਰ੍ਹਾਂ ਡਿੱਗ ਪੈਂਦਾ ਹੈ। ਇਸ ਜ਼ੋਰਦਾਰ ਝਟਕੇ ਕਾਰਨ ਸਨੋ ਵਾਈਟ ਦੇ ਗਲੇ ਵਿੱਚ ਫਸਿਆ ਹੋਇਆ ਜ਼ਹਿਰੀਲਾ ਸੇਬ ਝਟਕੇ ਨਾਲ ਬਾਹਰ ਆ ਜਾਂਦਾ ਹੈ ਅਤੇ ਉਹ ਹੋਸ਼ ਵਿੱਚ ਆ ਜਾਂਦੀ ਹੈ। ਕੋਈ ਜਾਦੂ ਨਹੀਂ, ਸਿਰਫ ਇੱਕ ਹਾਦਸਾ। ਪਰ ਗੱਲ ਇੱਥੇ ਹੀ ਖੁਸ਼ੀ-ਖੁਸ਼ੀ ਖਤਮ ਨਹੀਂ ਹੁੰਦੀ। ਆਓ ਦੇਖਦੇ ਹਾਂ ਕਿ ਉਸ ਦੁਸ਼ਟ ਰਾਣੀ ਦਾ ਕੀ ਬਣਿਆ। 1812 ਦੇ ਉਸੇ ਸੰਸਕਰਣ ਵਿੱਚ ਮਤਰੇਈ ਮਾਂ ਅਣਜਾਣੇ ਵਿੱਚ ਆਪਣੀ ਹੀ ਮਤਰੇਈ ਧੀ ਦੇ ਵਿਆਹ ਵਿੱਚ ਪਹੁੰਚ ਜਾਂਦੀ ਹੈ। ਉੱਥੇ ਪਹੁੰਚਣ ਤੇ ਉਸ ਨੂੰ ਅੱਗ ਵਾਂਗ ਲਾਲ ਗਰਮ ਲੋਹੇ ਦੀਆਂ ਜੁੱਤੀਆਂ ਪਹਿਨਾਈਆਂ ਜਾਂਦੀਆਂ ਹਨ ਅਤੇ ਉਸ ਨੂੰ ਉਦੋਂ ਤੱਕ ਨੱਚਣ ਲਈ ਮਜਬੂਰ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਤੜਪ-ਤੜਪ ਕੇ ਆਪਣੀ ਜਾਨ ਨਹੀਂ ਦੇ ਦਿੰਦੀ। ਬੱਚਿਆਂ ਦੀ ਕਹਾਣੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਹੀ ਭਿਆਨਕ ਅੰਤ ਸੀ। ਹੁਣ ਅੱਗੇ ਵਧਦੇ ਹਾਂ ਇੱਕ ਹੋਰ ਬਹੁਤ ਹੀ ਮਸ਼ਹੂਰ ਪਰ ਵਿਵਾਦਾਂ ਵਿੱਚ ਰਹਿਣ ਵਾਲੀ ਕਹਾਣੀ ਵੱਲ, ਪੋਕਾਹੌਂਟਸ। ਐਨੀਮੇਸ਼ਨ ਵਿੱਚ ਤਾਂ ਸਾਨੂੰ ਦਿਖਾਇਆ ਗਿਆ ਹੈ ਕਿ ਕਬੀਲੇ ਦੇ ਮੁਖੀ ਦੀ ਬਹਾਦਰ ਧੀ ਇੱਕ ਬ੍ਰਿਟਿਸ਼ ਕਪਤਾਨ ਨਾਲ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਆਪਣੇ ਪਿਆਰ ਦੀ ਖਾਤਰ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾਉਂਦੀ ਹੈ। ਇਸ ਨੂੰ ਇੱਕ ਬਹੁਤ ਹੀ ਵੱਡੀ ਰੋਮਾਂਟਿਕ ਕਹਾਣੀ ਵਜੋਂ ਪੇਸ਼ ਕੀਤਾ ਗਿਆ ਸੀ। ਹੁਣ ਜੋ ਗੱਲ ਸਭ ਤੋਂ ਹੈਰਾਨ ਕਰਨ ਵਾਲੀ ਹੈ, ਉਹ ਆਪਾਂ ਇਸ ਟਾਈਮਲਾਈਨ ਵਿੱਚ ਦੇਖ ਸਕਦੇ ਹਾਂ। ਅਸਲੀ ਪੋਕਾਹੌਂਟਸ ਯਾਨੀ ਮਟੋਆਕਾ ਦੀ ਅਸਲ ਜ਼ਿੰਦਗੀ ਬਹੁਤ ਦੁਖਦਾਈ ਸੀ। ਪੋਕਾਹੌਂਟਸ ਅਸਲ ਵਿੱਚ ਉਸਦਾ ਸਿਰਫ ਇੱਕ ਉਪਨਾਮ ਸੀ, ਜਿਸ ਦਾ ਮਤਲਬ ਸੀ ਵਿਗੜਿਆ ਹੋਇਆ ਬੱਚਾ। ਜਦੋਂ ਉਸਨੇ ਜੌਨ ਸਮਿਥ ਨੂੰ ਬਚਾਇਆ ਤਾਂ ਉਹ ਕੋਈ ਮੁਟਿਆਰ ਨਹੀਂ, ਸਗੋਂ ਸਿਰਫ 10 ਸਾਲਾਂ ਦੀ ਇੱਕ ਛੋਟੀ ਜਿਹੀ ਬੱਚੀ ਸੀ। ਇਸ ਲਈ ਰੋਮਾਂਸ ਵਾਲੀ ਤਾਂ ਕੋਈ ਗੱਲ ਹੀ ਪੈਦਾ ਨਹੀਂ ਹੁੰਦੀ। ਬਾਅਦ ਵਿੱਚ ਉਸ ਨੂੰ ਅੰਗਰੇਜ਼ਾਂ ਨੇ ਬੰਦੀ ਬਣਾ ਲਿਆ। ਤੰਬਾਕੂ ਕਿਸਾਨ ਜੌਨ ਰੌਲਫ ਨਾਲ ਉਸ ਦਾ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਅਤੇ ਉਸ ਨੂੰ ਰਿਬੈਕਾ ਨਾਮ ਦੇ ਦਿੱਤਾ ਗਿਆ। ਇੰਗਲੈਂਡ ਵਿੱਚ ਇੱਕ ਸ਼ਾਂਤੀ ਦੇ ਪ੍ਰਤੀਕ ਵਜੋਂ ਵਰਤੇ ਜਾਣ ਤੋਂ ਬਾਅਦ ਸਿਰਫ 21 ਸਾਲ ਦੀ ਉਮਰ ਵਿੱਚ ਉਸ ਦੀ ਅਚਾਨਕ ਮੌਤ ਹੋ ਗਈ। ਅੱਜ ਵੀ ਕਈਆਂ ਦਾ ਮੰਨਣਾ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਖੈਰ, ਹੁਣ ਗੱਲ ਕਰਦੇ ਹਾਂ 2010 ਦੀ ਮਸ਼ਹੂਰ ਐਨੀਮੇਸ਼ਨ ਟੈਂਗਲਡ ਦੀ। ਇਸ ਕਹਾਣੀ ਵਿੱਚ ਆਪਾਂ ਦੇਖਦੇ ਹਾਂ ਕਿ ਰਪੁੰਜ਼ਲ ਆਪਣੇ ਲੰਬੇ ਜਾਦੂਈ ਸੁਨਹਿਰੀ ਵਾਲਾਂ ਦੀ ਵਰਤੋਂ ਕਰਕੇ ਇੱਕ ਚੋਰ ਦੀ ਜਾਨ ਬਚਾਉਂਦੀ ਹੈ ਅਤੇ ਮਦਰ ਗੋਥਲ ਦੀ ਕੈਦ ਵਿੱਚੋਂ ਭੱਜ ਕੇ ਆਪਣੇ ਜਨਮਦਿਨ ਤੇ ਅਸਮਾਨ ਵਿੱਚ ਉੱਡਦੀਆਂ ਚਮਕਦਾਰ ਲਾਲਟੈਨਾਂ ਦੇਖਣ ਜਾਂਦੀ ਹੈ। ਇਹ ਇੱਕ ਬਹੁਤ ਹੀ ਖੂਬਸੂਰਤ ਅਤੇ ਉਮੀਦ ਨਾਲ ਭਰੀ ਹੋਈ ਕਹਾਣੀ ਹੈ ਨਾ? ਪਰ ਇੱਥੇ ਫੇਰ ਇੱਕ ਸਵਾਲ ਖੜਾ ਹੁੰਦਾ ਹੈ। 1812 ਦੀ ਅਸਲ ਰਪੁੰਜ਼ਲ ਕਹਾਣੀ ਵਿੱਚ ਆਖਿਰ ਕੀ ਹੁੰਦਾ ਹੈ? ਅਸਲ ਕਹਾਣੀ ਦੀ ਸ਼ੁਰੂਆਤ ਵਿੱਚ ਕੋਈ ਸ਼ਾਹੀ ਪਰਿਵਾਰ ਜਾਂ ਜਾਦੂਈ ਵਾਲ ਨਹੀਂ ਹਨ। ਇਸ ਦੀ ਬਜਾਏ ਇੱਕ ਗਰਭਵਤੀ ਔਰਤ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਦੁਸ਼ਟ ਡੈਣ ਡੇਮ ਗੋਥਲ ਦੇ ਬਗੀਚੇ ਵਿੱਚੋਂ ਚੋਰੀ ਕੀਤੇ ਗਏ ਰਪੁੰਜ਼ਲ ਪੌਦੇ ਨੂੰ ਖਾਣ ਦੀ ਜ਼ਿੱਦ ਕਰਦੀ ਹੈ ਅਤੇ ਉਸਦਾ ਪਤੀ, ਉਹ ਇਸ ਪੌਦੇ ਦੇ ਬਦਲੇ ਆਪਣੇ ਹੋਣ ਵਾਲੇ ਬੱਚੇ ਦਾ ਸੌਦਾ ਹੀ ਉਸ ਡੈਣ ਨਾਲ ਕਰ ਲੈਂਦਾ ਹੈ। ਬਿਲਕੁਲ ਅਜੀਬ। ਅਸਲ ਕਹਾਣੀ ਦਾ ਅਗਲਾ ਹਿੱਸਾ ਤਾਂ ਹੋਰ ਵੀ ਭਿਆਨਕ ਹੈ। ਜਦੋਂ ਗੋਥਲ ਨੂੰ ਰਾਜਕੁਮਾਰੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਗੁੱਸੇ ਵਿੱਚ ਰਪੁੰਜ਼ਲ ਦੇ ਵਾਲ ਕੱਟ ਦਿੰਦੀ ਹੈ। ਰਾਜਕੁਮਾਰ ਨੂੰ ਧੋਖੇ ਨਾਲ ਟਾਵਰ ਉੱਤੇ ਬੁਲਾਇਆ ਜਾਂਦਾ ਹੈ ਅਤੇ ਉਹ ਨਿਰਾਸ਼ ਹੋ ਕੇ ਟਾਵਰ ਤੋਂ ਹੇਠਾਂ ਛਾਲ ਮਾਰ ਦਿੰਦਾ ਹੈ। ਹੇਠਾਂ ਡਿੱਗਣ ਤੇ ਝਾੜੀਆਂ ਦੇ ਕੰਡੇ ਸਿੱਧਾ ਉਸਦੀਆਂ ਅੱਖਾਂ ਵਿੱਚ ਵੱਜਦੇ ਹਨ ਅਤੇ ਉਹ ਅੰਨਾ ਹੋ ਜਾਂਦਾ ਹੈ।
ਸੋਚੋ, ਉਹ ਮਹੀਨਿਆਂ ਤੱਕ ਜੰਗਲ ਵਿੱਚ ਭਟਕਦਾ ਰਹਿੰਦਾ ਹੈ ਜਦੋਂ ਤੱਕ ਰਪੁੰਜ਼ਲ ਦੇ ਹੰਝੂ ਉਸ ਦੀ ਨਜ਼ਰ ਵਾਪਸ ਨਹੀਂ ਲਿਆਉਂਦੇ। ਅਤੇ ਗੋਥਲ ਦਾ ਕੀ ਬਣਦਾ ਹੈ? ਉਹ ਕੱਟੇ ਹੋਏ ਵਾਲ ਹੇਠਾਂ ਸੁੱਟ ਦਿੰਦੀ ਹੈ ਅਤੇ ਹਮੇਸ਼ਾ ਲਈ ਉਸੇ ਟਾਵਰ ਵਿੱਚ ਤੜਫ ਕੇ ਮਰਨ ਲਈ ਫਸ ਜਾਂਦੀ ਹੈ। ਆਓ ਹੁਣ ਸਾਡੀ ਅਗਲੀ ਕਹਾਣੀ ਵੱਲ ਚੱਲੀਏ। 1940 ਦਾ ਪਿਆਰਾ ਜਿਹਾ ਪਿਨੋਕੀਓ। ਆਪਾਂ ਸਾਰਿਆਂ ਨੂੰ ਯਾਦ ਹੈ ਕਿ ਕਿਵੇਂ ਜਪੇਟੋ ਨੇ ਬੜੇ ਪਿਆਰ ਨਾਲ ਇੱਕ ਲੱਕੜ ਦਾ ਪੁਤਲਾ ਬਣਾਇਆ ਸੀ। ਇਹ ਪੁਤਲਾ ਜਿਮਨੀ ਕ੍ਰਿਕਟ ਦੀ ਸਲਾਹ ਨਾਲ ਚੱਲਦਾ ਹੈ, ਬਹੁਤ ਹੀ ਬਹਾਦਰੀ ਨਾਲ ਆਪਣੇ ਪਿਤਾ ਨੂੰ ਇੱਕ ਵੇਲ ਮੱਛੀ ਦੇ ਢਿੱਡ ਵਿੱਚੋਂ ਬਚਾਉਂਦਾ ਹੈ ਅਤੇ ਅੰਤ ਵਿੱਚ ਆਪਣੀ ਚੰਗਿਆਈ ਕਾਰਨ ਇੱਕ ਅਸਲੀ ਲੜਕਾ ਬਣਨ ਦਾ ਇਨਾਮ ਪ੍ਰਾਪਤ ਕਰਦਾ ਹੈ। ਅਤੇ ਇੱਥੇ ਅਸਲੀਅਤ ਸਾਡੇ ਸਾਹਮਣੇ ਆਂਦੀ ਹੈ ਕਿ ਅਸਲ ਕਹਾਣੀ ਕਿੰਨੀ ਵੱਖਰੀ ਸੀ। ਇਹ ਹਵਾਲਾ ਕਾਰਲੋ ਕੋਲੋਡੀ ਦੁਆਰਾ ਲਿਖੀ ਗਈ ਅਸਲ ਕਾਮਿਕ ਲੜੀ ਵਿੱਚੋਂ ਲਿਆ ਗਿਆ ਹੈ। ਤੁਹਾਨੂੰ ਪਤਾ ਹੈ, ਲੇਖਕ ਬੁਰੇ ਬੱਚਿਆਂ ਨਾਲ ਸਖਤ ਨਫ਼ਰਤ ਕਰਦਾ ਸੀ। ਅਸਲ ਕਹਾਣੀ ਵਿੱਚ ਪਿਨੋਕੀਓ ਕੋਈ ਮਾਸੂਮ ਬੱਚਾ ਨਹੀਂ ਸੀ, ਬਲਕਿ ਇੰਨਾ ਸ਼ਰਾਰਤੀ ਅਤੇ ਬੁਰਾ ਸੀ ਕਿ ਉਹ ਬਣਨ ਦੇ ਤੁਰੰਤ ਬਾਅਦ ਆਪਣੇ ਹੀ ਪਿਤਾ ਜਪੇਟੋ ਦੇ ਸਿਰ ਤੋਂ ਵਿਗ ਚੋਰੀ ਕਰ ਲੈਂਦਾ ਹੈ ਅਤੇ ਉਸ ਦਾ ਰੱਜ ਕੇ ਮਜ਼ਾਕ ਉਡਾਉਂਦਾ ਹੈ। ਇਸ ਤੋਂ ਵੀ ਵੱਡਾ ਝਟਕਾ ਤਾਂ ਜਿਮਨੀ ਕ੍ਰਿਕਟ ਦੀ ਕਿਸਮਤ ਦੇਖ ਕੇ ਲੱਗਦਾ ਹੈ, ਜੋ ਕੀੜਾ ਐਨੀਮੇਸ਼ਨ ਵਿੱਚ ਇੱਕ ਬਹੁਤ ਹੀ ਸਮਝਦਾਰ ਦੋਸਤ ਅਤੇ ਮਾਰਗਦਰਸ਼ਕ ਸੀ। ਅਸਲ ਕਹਾਣੀ ਵਿੱਚ ਉਸ ਦਾ ਹਸ਼ਰ ਬਹੁਤ ਹੀ ਮਾੜਾ ਹੁੰਦਾ ਹੈ। ਜਦੋਂ ਇਹ ਕੀੜਾ ਪਿਨੋਕੀਓ ਨੂੰ ਉਸ ਦੇ ਮਾੜੇ ਵਿਵਹਾਰ ਲਈ ਰੋਕਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਿਨੋਕੀਓ ਉਸ ਦੀ ਗੱਲ ਸੁਣਨ ਦੀ ਬਜਾਏ ਇੱਕ ਹਥੌੜਾ ਚੁੱਕਦਾ ਹੈ ਅਤੇ ਉਸ ਨੂੰ ਮਾਰ-ਮਾਰ ਕੇ ਉੱਥੇ ਹੀ ਖਤਮ ਕਰ ਦਿੰਦਾ ਹੈ। ਹਾਂ, ਸੱਚੀ। ਅਸਲ ਵਿੱਚ ਪਿਨੋਕੀਓ ਨੂੰ ਜੋ ਸਜ਼ਾਵਾਂ ਮਿਲੀਆਂ, ਉਹ ਸੁਣ ਕੇ ਤਾਂ ਰੂਹ ਹੀ ਕੰਬ ਜਾਂਦੀ ਹੈ। ਇਹ ਕਹਾਣੀ ਅਸਲ ਵਿੱਚ ਬੱਚਿਆਂ ਨੂੰ ਡਰਾਉਣ ਅਤੇ ਅਨੁਸ਼ਾਸਨ ਸਿਖਾਉਣ ਲਈ ਲਿਖੀ ਗਈ ਸੀ। ਕਹਾਣੀ ਵਿੱਚ ਪਿਨੋਕੀਓ ਨੂੰ ਭੁੱਖਾ ਰੱਖਿਆ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ, ਉਸ ਨੂੰ ਲੁੱਟਿਆ ਤੇ ਅਗਵਾ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਉਸ ਦੀਆਂ ਲੱਕੜ ਦੀਆਂ ਲੱਤਾਂ ਵੀ ਅੱਗ ਵਿੱਚ ਸਾੜ ਦਿੱਤੀਆਂ ਜਾਂਦੀਆਂ ਹਨ। ਅਤੇ ਸਭ ਤੋਂ ਵੱਡੀ ਗੱਲ, ਲੇਖਕ ਕੋਲੋਡੀ ਤਾਂ ਕਹਾਣੀ ਦੇ ਅੰਤ ਵਿੱਚ ਪਿਨੋਕੀਓ ਨੂੰ ਫਾਂਸੀ ਦੇ ਕੇ ਮਾਰਨਾ ਚਾਹੁੰਦਾ ਸੀ, ਪਰ ਪ੍ਰਕਾਸ਼ਕ ਇਸ ਭਿਆਨਕ ਅੰਤ ਤੋਂ ਇੰਨੇ ਡਰ ਗਏ ਕਿ ਉਹਨਾਂ ਨੇ ਲੇਖਕ ਨੂੰ ਮਜਬੂਰ ਕੀਤਾ ਕਿ ਉਹ ਨੀਲੇ ਵਾਲਾਂ ਵਾਲੀ ਪਰੀ ਨੂੰ ਕਹਾਣੀ ਵਿੱਚ ਸ਼ਾਮਿਲ ਕਰੇ ਤਾਂ ਜੋ ਪਿਨੋਕੀਓ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ। ਹੁਣ ਆਪਾਂ ਪਹੁੰਚਦੇ ਹਾਂ ਅੱਜ ਦੀ ਆਖਰੀ ਅਤੇ ਸ਼ਾਇਦ ਸਭ ਤੋਂ ਮਾਸੂਮ ਲੱਗਣ ਵਾਲੀ ਕਹਾਣੀ ਤੇ। ਏ ਮਿਲਨੇ ਦੀ ਵਿਨੀ ਦਾ ਭੂ। 1925 ਵਿੱਚ ਇਸ ਦੀ ਪ੍ਰੇਰਣਾ ਲੰਡਨ ਦੇ ਚਿੜੀਆਘਰ ਵਿੱਚ ਰੱਖੇ ਗਏ ਇੱਕ ਸੈਨਿਕ ਦੇ ਵਿਨੀ ਨਾਮਕ ਅਸਲੀ ਭਾਲੂ ਅਤੇ ਮਿਲਨੇ ਦੇ ਆਪਣੇ ਬੇਟੇ ਕ੍ਰਿਸਟੋਫਰ ਰੌਬਿਨ ਤੋਂ ਮਿਲੀ ਸੀ। ਇਹ 100 ਏਕੜ ਦਾ ਜੰਗਲ ਜਿੱਥੇ ਇਹ ਸਾਰੇ ਦੋਸਤ ਰਹਿੰਦੇ ਹਨ, ਦੇਖਣ ਨੂੰ ਕਿੰਨਾ ਸ਼ਾਂਤ ਅਤੇ ਪਿਆਰਾ ਲੱਗਦਾ ਹੈ ਨਾ? ਪਰ ਜ਼ਰਾ ਸੋਚੋ, ਕੀ ਹੋਵੇ ਜੇ 100 ਏਕੜ ਦਾ ਜੰਗਲ ਅਸਲ ਵਿੱਚ ਬੱਚਿਆਂ ਦੀ ਕਹਾਣੀ ਨਾ ਹੋ ਕੇ ਇੱਕ ਡੂੰਘਾ ਮਨੋਵਿਗਿਆਨਿਕ ਅਧਿਐਨ ਹੋਵੇ। ਹਾਲਾਂਕਿ ਕਹਾਣੀ ਦੇ ਸਿਰਜਣਹਾਰ ਨੇ ਕਦੇ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਇੱਕ ਬਹੁਤ ਹੀ ਮਸ਼ਹੂਰ ਥਿਊਰੀ ਇਹ ਮੰਨਦੀ ਹੈ ਕਿ ਇਹ ਸਾਰੇ ਪਾਤਰ ਡੂੰਘੇ ਮਾਨਸਿਕ ਵਿਕਾਰਾਂ ਨੂੰ ਦਰਸਾਉਂਦੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਐਲਿਸ ਇਨ ਵੰਡਰਲੈਂਡ ਬਾਰੇ ਕਿਹਾ ਜਾਂਦਾ ਹੈ ਕਿ ਉਹ ਨਸ਼ੇ ਦੇ ਪ੍ਰਭਾਵ ਹੇਠ ਲਿਖੀ ਗਈ ਕਹਾਣੀ ਸੀ। ਜੇਕਰ ਆਪਾਂ ਇਸ ਟੇਬਲ ਵੱਲ ਧਿਆਨ ਦਈਏ ਤਾਂ ਹਰ ਪਾਤਰ ਕਿਸੇ ਖਾਸ ਮਾਨਸਿਕ ਸਥਿਤੀ ਨਾਲ ਮੇਲ ਖਾਂਦਾ ਦਿਸਦਾ ਹੈ। ਉਦਾਹਰਣ ਵਜੋਂ ਪੂ ਦਾ ਸ਼ਹਿਦ ਪਿੱਛੇ ਪਾਗਲਪਨ ਉਸ ਦੀ ਆਵੇਗਸ਼ੀਲਤਾ ਯਾਨੀ ਇੰਪਲਸਿਵਿਟੀ ਨੂੰ ਦਰਸਾਉਂਦਾ ਹੈ। ਪਿਗਲਟ ਦੀ ਹਰ ਵੇਲੇ ਦੀ ਘਬਰਾਹਟ ਜਨਰਲਾਈਜ਼ਡ ਐਂਜ਼ਾਈਟੀ ਦਾ ਪ੍ਰਤੀਕ ਹੈ। ਉੱਲੂ ਦਾ ਸ਼ਬਦਾਂ ਨੂੰ ਉਲਟਾ-ਪੁਲਟਾ ਲਿਖਣਾ ਡਿਸਲੈਕਸੀਆ ਵੱਲ ਇਸ਼ਾਰਾ ਕਰਦਾ ਹੈ। ਟਿਗਰ ਦਾ ਕਦੇ ਨਾ ਰੁਕਣਾ ਅਤੇ ਹਮੇਸ਼ਾ ਉਛਲਦੇ ਰਹਿਣਾ ADHD ਦੀ ਸਾਫ਼ ਨਿਸ਼ਾਨੀ ਹੈ। ਖਰਗੋਸ਼ ਦਾ ਹਰ ਚੀਜ਼ ਨੂੰ ਬਿਲਕੁਲ ਸਹੀ ਜਗ੍ਹਾ ਤੇ ਰੱਖਣ ਦਾ ਜਨੂਨ OCD ਨੂੰ ਦਰਸਾਉਂਦਾ ਹੈ ਅਤੇ ਈਓਰ ਦਾ ਹਮੇਸ਼ਾ ਉਦਾਸ ਰਹਿਣਾ ਡਿਪਰੈਸ਼ਨ ਹੈ। ਕੰਗਾ ਦੀ ਆਪਣੇ ਬੱਚੇ ਰੂਹ ਪ੍ਰਤੀ ਹੱਦੋਵੱਧ ਸੁਰੱਖਿਆ ਨੂੰ ਸਮਾਜਿਕ ਚਿੰਤਾ ਯਾਨੀ ਸੋਸ਼ਲ ਐਂਜ਼ਾਈਟੀ ਨਾਲ ਜੋੜਿਆ ਗਿਆ ਹੈ। ਹੈਰਾਨੀਜਨਕ ਹੈ ਨਾ? ਸੋ ਇੱਥੇ ਸਭ ਤੋਂ ਵੱਡੀ ਗੱਲ ਜੋ ਨਿਕਲ ਕੇ ਆਉਂਦੀ ਹੈ ਉਹ ਇਹ ਹੈ ਕਿ ਇਹ ਸਭ ਕੁਝ ਮੁੱਖ ਪਾਤਰ ਕ੍ਰਿਸਟੋਫਰ ਰੌਬਿਨ ਵੱਲ ਇਸ਼ਾਰਾ ਕਰਦਾ ਹੈ। ਇਹ ਸਿਧਾਂਤ ਮੰਨਦਾ ਹੈ ਕਿ ਸ਼ਾਇਦ ਕ੍ਰਿਸਟੋਫਰ ਰੌਬਿਨ ਖੁਦ ਸ਼ਿਜ਼ੋਫਰੇਨੀਆ ਵਰਗੀ ਗੰਭੀਰ ਮਾਨਸਿਕ ਸਥਿਤੀ ਨਾਲ ਜੂਝ ਰਿਹਾ ਹੈ। ਉਸਦੇ ਸਾਰੇ ਜਾਨਵਰ ਦੋਸਤ ਅਸਲ ਵਿੱਚ ਕੋਈ ਹੋਰ ਨਹੀਂ ਬਲਕਿ ਉਸਦੇ ਆਪਣੇ ਹੀ ਦਿਮਾਗ ਦੀਆਂ ਵੱਖੋ-ਵੱਖਰੀਆਂ ਉਲਝੀਆਂ ਹੋਈਆਂ ਭਾਵਨਾਵਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਖਿਡੌਣਿਆਂ ਰਾਹੀਂ ਬਾਹਰ ਕੱਢ ਰਿਹਾ ਹੈ। ਇਹ ਸਾਰਾ ਕੁਝ ਜਾਣਨ ਅਤੇ ਸਮਝਣ ਤੋਂ ਬਾਅਦ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਅਸਲ, ਡਰਾਉਣੀਆਂ ਅਤੇ ਇਤਿਹਾਸਿਕ ਕਹਾਣੀਆਂ ਨੂੰ ਬਦਲ ਕੇ ਸਾਫ਼-ਸੁਥਰਾ ਅਤੇ ਮਾਸੂਮ ਬਣਾਉਣਾ ਸੱਚਮੁੱਚ ਬੱਚਿਆਂ ਦੀ ਮਾਸੂਮੀਅਤ ਨੂੰ ਬਚਾਉਂਦਾ ਹੈ, ਜਾਂ ਕੀ ਅਜਿਹਾ ਕਰਕੇ ਅਸੀਂ ਉਹਨਾਂ ਕਠੋਰ ਪਰ ਜ਼ਿੰਦਗੀ ਦੇ ਜ਼ਰੂਰੀ ਸਬਕਾਂ ਨੂੰ ਹਮੇਸ਼ਾ ਲਈ ਮਿਟਾ ਰਹੇ ਹਾਂ ਜੋ ਇਹ ਕਹਾਣੀਆਂ ਅਸਲ ਵਿੱਚ ਸਾਨੂੰ ਸਿਖਾਉਣਾ ਚਾਹੁੰਦੀਆਂ ਸਨ? ਇਸ ਬਾਰੇ ਜ਼ਰੂਰ ਸੋਚਿਓ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।